ਸਤਿ ਸ਼੍ਰੀ ਅਕਾਲ। ਨਿਊਜ਼ 18 ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਖਬਰਾਂ ਦਾ ਪ੍ਰਾਈਮ ਟਾਈਮ ਲੈ ਕੇ ਮੈਂ ਵਿਜੇਪਾਲ ਬਰਾੜ ਤੁਹਾਡੇ ਸਾਹਮਣੇ ਹਾਜ਼ਰ ਹਾਂ। ਗੱਲ ਅੱਜ ਵੈਕਸੀਨੇਸ਼ਨ ਦੀ ਕਰਦੇ ਹਾਂ। ਕੱਲ ਤੋਂ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਦੇ ਲਈ ਵੈਕਸੀਨੇਸ਼ਨ ਦੀ ਸ਼ੁਰੂਆਤ ਦਾ ਐਲਾਨ ਕੀਤਾ ਗਿਆ ਹੈ, ਪਰ ਹਜੇ 18 ਪਲੱਸ ਵਾਲਿਆਂ ਨੂੰ ਟੀਕੇ ਦਾ ਹੋਰ ਇੰਤਜ਼ਾਰ ਕਰਨਾ ਪਏਗਾ ਕਿਉਂਕਿ ਜ਼ਿਆਦਾਤਰ ਸੂਬਿਆਂ 'ਚ ਫਿਲਹਾਲ ਲੋੜੀਂਦੀ ਵੈਕਸੀਨ ਹੀ ਨਹੀਂ ਮੌਜੂਦ ਹੈ। ਸੂਬਿਆਂ ਨੇ ਵੈਕਸੀਨ ਦਾ ਜੋ ਆਰਡਰ ਦਿੱਤਾ ਹੋਇਆ ਹੈ ਉਸ ਦੇ ਮਿਲਣ 'ਚ ਵੀ ਹਲੇ ਸਮਾਂ ਲੱਗ ਸਕਦਾ ਹੈ। ਦੱਸ ਦਈਏ ਕਿ 45 ਸਾਲ ਤੋਂ ਵੱਧ ਉਮਰ ਦੇ ਲੋਕਾਂ ਦੀ ਵੈਕਸੀਨੇਸ਼ਨ ਦਾ ਕੰਮ ਚੱਲ ਰਿਹਾ ਹੈ ਤੇ ਇਸ ਦੇ ਲਈ ਵੈਕਸੀਨ ਕੇਂਦਰ ਵੱਲੋਂ ਦਿੱਤੀ ਵੀ ਜਾ ਰਹੀ ਹੈ ਔਰ ਹੁਣ 1 ਮਈ ਤੋਂ ਸਰਕਾਰ ਨੇ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਲਈ ਵੀ ਵੈਕਸੀਨ ਦਾ ਐਲਾਨ ਕੀਤਾ ਹੈ, ਪਰ ਵੈਕਸੀਨ ਹਲੇ ਤੱਕ ਸੂਬਿਆਂ ਦੇ ਕੋਲ ਪਹੁੰਚੀ ਨਹੀਂ ਹੈ ਔਰ ਸਰਕਾਰਾਂ ਕਹਿ ਰਹੀਆਂ ਨੇ ਕਿ ਸੂਬਿਆਂ ਨੇ ਖੁਦ ਵੈਕਸੀਨ ਦਾ ਇੰਤਜ਼ਾਮ ਕਰਨਾ ਹੈ। ਇਸ ਦੇ ਲਈ ਵੈਕਸੀਨ ਬਣਾਉਣ ਵਾਲੀਆਂ ਕੰਪਨੀਆਂ ਨੂੰ ਸਿੱਧੇ ਆਰਡਰ ਪਲੇਸ ਕੀਤੇ ਗਏ ਨੇ। ਪੰਜਾਬ ਸਰਕਾਰ ਨੇ 20-30 ਲੱਖ ਵੈਕਸੀਨ ਦਾ ਆਰਡਰ ਦਿੱਤਾ ਹੋਇਆ ਹੈ ਜਿਸ ਦੇ 15 ਮਈ ਤੱਕ ਪਹੁੰਚਣ ਦੀ ਉਮੀਦ ਹੈ, ਯਾਨੀ 15 ਮਈ ਤੋਂ ਪਹਿਲਾਂ ਬਹੁਤ ਘੱਟ ਚਾਂਸ ਨੇ ਕਿ ਪੰਜਾਬ ਦੇ ਵਿੱਚ 18 ਪਲੱਸ ਵਾਲਿਆਂ ਨੂੰ ਵੈਕਸੀਨ ਲੱਗ ਸਕਦੀ ਹੈ। ਉਧਰ ਹਿਮਾਚਲ ਪ੍ਰਦੇਸ਼ ਤੇ ਚੰਡੀਗੜ੍ਹ ਦੇ ਕੋਲ ਵੀ ਵੈਕਸੀਨ ਦਾ ਸਟਾਕ ਨਹੀਂ ਹੈ। ਚੰਡੀਗੜ੍ਹ 'ਚ 20 ਮਈ ਤੱਕ ਵੈਕਸੀਨ ਮਿਲਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਔਰ ਦੂਜੇ ਪਾਸੇ ਹਰਿਆਣਾ 'ਚ ਵੀ ਵੈਕਸੀਨ ਨੂੰ ਲੈ ਕੇ ਸਸਪੈਂਸ ਹੈ। 50 ਲੱਖ ਡੋਜ਼ ਦੇ ਆਰਡਰ ਜ਼ਰੂਰ ਦਿੱਤੇ ਗਏ ਨੇ ਪਰ ਟੀਕਾਕਰਨ ਕਦੋਂ ਸ਼ੁਰੂ ਹੋਏਗਾ ਇਹ ਸਪਸ਼ਟ ਨਹੀਂ ਹੈ। ਸੋ ਪੰਜਾਬ, ਹਰਿਆਣਾ, ਹਿਮਾਚਲ, ਚੰਡੀਗੜ੍ਹ 4 ਜਿਹੜੀਆਂ ਸਟੇਟਾਂ ਨੇ, ਇਹਨਾਂ 4 ਸਟੇਟਾਂ ਦੇ ਵਿੱਚ ਇਸ ਵੇਲੇ ਕੀ ਸਥਿਤੀ ਹੈ, ਕੀ ਵੈਕਸੀਨ ਇੱਥੇ ਕਿੰਨੀ ਮਾਤਰਾ ਦੇ ਵਿੱਚ ਮੌਜੂਦ ਹੈ, ਕੀ ਸਿਰਫ 45 ਪਲੱਸ ਵਾਲਿਆਂ ਨੂੰ ਲੱਗਦੀ ਰਹੇਗੀ ਜਾਂ ਉਹਨਾਂ ਦੇ ਲਈ ਵੀ ਵੈਕਸੀਨ ਦੀ ਘਾਟ ਹੈ, ਇਸ ਸਾਰੇ ਤੇ ਗੱਲਬਾਤ ਕਰਾਂਗੇ। ਸਾਡੇ ਸਹਿਯੋਗੀ 4 ਸਟੇਸ਼ਨਾਂ ਤੋਂ ਸਾਡੇ ਨਾਲ ਜੁੜਨਗੇ। ਪੰਜਾਬ ਤੋਂ ਸਾਡੇ ਸਹਿਯੋਗੀ ਰਾਜੀਵ ਸ਼ਰਮਾ ਅੰਮ੍ਰਿਤਸਰ ਤੋਂ ਜੁੜਨਗੇ, ਜਾਣਕਾਰੀ ਦੇਣਗੇ। ਸਾਡੇ ਨਾਲ ਮਨੋਜ ਕੁਮਾਰ ਹਰਿਆਣਾ ਤੋਂ ਜੁੜਨਗੇ, ਸਾਡੇ ਨਾਲ ਰਣਬੀਰ ਸਿੰਘ ਸ਼ਿਮਲਾ ਤੋਂ ਜੁੜਨਗੇ ਔਰ ਚੰਡੀਗੜ੍ਹ ਤੋਂ ਮਨੋਜ ਰਾਠੀ ਸਾਡੇ ਸਹਿਯੋਗੀ ਜੁੜਨਗੇ। ਸੋ ਖੁਰਾਕ ਜਿਹੜੀ ਹੈ 18 ਪਲੱਸ ਲਈ ਜਿਹੜੀ ਵੈਕਸੀਨ ਹੈ ਉਹ ਫਿਲਹਾਲ ਨਹੀਂ ਮਿਲੇਗੀ, ਇਹ ਸਪਸ਼ਟ ਹੈ ਔਰ ਇੰਤਜ਼ਾਰ ਜਿਹੜਾ ਹੈ ਹਲੇ ਹੋਰ ਕਰਨਾ ਹੋਵੇਗਾ। ਤਾਂ ਪੰਜਾਬ ਦੇ ਸਿਹਤ ਮੰਤਰੀ ਜਿਹੜੇ ਨੇ ਬਲਬੀਰ ਸਿੰਘ ਸਿੱਧੂ, ਉਹਨਾਂ ਵੱਲੋਂ ਵੀ ਪਹਿਲਾਂ ਹੀ ਬਿਆਨ ਦਿੱਤਾ ਗਿਆ ਸੀ ਕਿ ਵੈਕਸੀਨ ਦੀ ਘਾਟ ਹੈ ਸੂਬੇ ਦੇ ਵਿੱਚ ਔਰ ਇਸ ਕਰਕੇ ਹਲੇ ਫਿਲਹਾਲ 18 ਪਲੱਸ ਦੇ ਲਈ ਵੈਕਸੀਨ ਜਿਹੜੀ ਹੈ ਉਹ ਨਹੀਂ ਦਿੱਤੀ ਜਾ ਸਕਦੀ। ਤੁਹਾਨੂੰ ਸੁਣਾਉਂਦੇ ਹਾਂ ਇੱਕ ਵਾਰੀ ਬਲਬੀਰ ਸਿੱਧੂ ਨੇ ਕੀ ਕਿਹਾ, ਫਿਰ ਸਾਡੇ ਸਹਿਯੋਗੀਆਂ ਕੋਲ ਚੱਲਾਂਗੇ, ਉਹਨਾਂ ਨਾਲ ਗੱਲਬਾਤ ਕਰਾਂਗੇ। ਇੱਕ ਦਿਨ ਦਾ ਸਾਡੇ ਕੋਲ ਸਟਾਕ ਹੈ ਜਿਹੜਾ ਕਿ ਮਿਨੀਮਮ ਸਾਡੇ ਕੋਲ 1 ਹਫ਼ਤੇ ਦਾ ਸਟਾਕ ਐਡਵਾਂਸ ਹੋਣਾ ਚਾਹੀਦਾ ਤੇ ਫਿਰ ਅਸੀਂ ਪੂਰੇ ਜੋਸ਼ ਖਰੋਸ਼ ਨਾਲ 3 ਲੱਖ ਪਰ ਡੇ ਲਾ ਸਕਦੇ ਹਾਂ। ਤਾਂ ਹੁਣ 1 ਤਰੀਕ ਤੋਂ 3rd ਫੇਜ਼ ਆ ਜਿਹੜਾ ਉਹ ਸ਼ੁਰੂ ਕਰੋਗੇ? ਮੇਰੇ ਖਿਆਲ 'ਚ ਕੋਈ ਸਟੇਟ ਨਹੀਂ ਕਰ ਪਾਊਗੀ ਕਿਉਂਕਿ ਜਿਹੜਾ ਅਸੀਂ ਆਪਣੀ ਡੋਜ਼ ਖਰੀਦਣ ਵਾਸਤੇ ਵੀ ਆਰਡਰ ਰਿਪਲੇਸ ਕੀਤਾ ਹੈ ਉਹ ਵੀ ਬਕਾਇਦਾ ਉਹਨਾਂ ਨੇ 15 ਮਈ ਦੀ ਡੇਟ ਕਹਿੰਦੇ ਦਿੱਤੀ ਹੈ ਤੇ 15 ਮਈ ਤੱਕ ਤਾਂ ਬਹੁਤ ਦਿਨ ਹੋ ਜਾਣਗੇ। ਲੇਕਿਨ ਸੈਂਟਰ ਗੌਰਮੈਂਟ ਨੂੰ ਉਹਨਾਂ ਕਹਿੰਦੇ ਪਹਿਲਾਂ ਅਸੀਂ 50% ਕੋਟਾ ਸੈਂਟਰ ਗੌਰਮੈਂਟ ਨੂੰ ਦੇਣਾ ਹੈ। ਸੈਂਟਰ ਗੌਰਮੈਂਟ ਤਾਂ ਇੱਕ ਗੋਡਫਾਦਰ ਦੀ ਤਰ੍ਹਾਂ ਹੈਗੀ ਹੈ, ਉਹਨੂੰ ਪਹਿਲਾਂ ਸੂਬਿਆਂ ਦੇ ਸਾਰਿਆਂ ਦੀ ਬਕਾਇਦਾ ਇੱਕ ਪੂਰਾ ਜਿਵੇਂ ਡੇਲੀ ਕਹਿੰਦੇ ਅਸੀਂ ਰਿਵਿਊ ਕਰਦੇ ਹਾਂ, ਰਿਵਿਊ ਕਰਨ ਤੋਂ ਬਾਅਦ ਕਿੱਥੇ ਮੌਤਾਂ ਵੱਧ ਹੋ ਰਹੀਆਂ, ਕਿੱਥੇ ਵੱਧ ਇਹਦੀ ਜ਼ਰੂਰਤ ਹੈਗੀ ਆ ਤੇ ਉੱਥੇ ਵੈਕਸੀਨ ਜਲਦੀ ਪਹੁੰਚਾਉਣੀ ਚਾਹੀਦੀ ਹੈ ਔਰ ਜਿੱਥੇ ਸਾਡੇ ਕੋਲ ਇਨਫਰਾਸਟ੍ਰਕਚਰ ਪੂਰਾ ਹੋਵੇ ਅਸੀਂ ਜਿੱਥੇ ਜਲਦੀ ਇਹਨਾਂ ਨੂੰ ਵੈਕਸੀਨ ਕਰ ਸਕੀਏ। 30 ਲੱਖ ਡੋਜ਼ ਤਾਂ ਤੁਸੀਂ ਆਪਦੇ ਪੈਸੇ ਤੇ ਵੱਖਰੀ ਮੰਗਾ ਰਹੀ ਹੈ ਸਟੇਟ, ਸੈਂਟਰ ਨੇ ਦੇਣੀ ਹੈ ਜਿਹੜੀ ਉਹ ਵੱਖਰੀ ਦੇਣੀ ਹੈ। ਸੈਂਟਰ ਨੇ 45 ਸਾਲ ਤੋਂ ਉੱਪਰ ਵਾਲਿਆਂ ਨੂੰ ਦੇਣੀ ਹੈ ਲੇਕਿਨ ਉਹੀ ਸਾਨੂੰ ਬੜੀ ਮੁਸ਼ਕਿਲ ਨਾਲ ਇਹ ਦੇਣਗੇ। ਲੇਕਿਨ ਸਾਨੂੰ ਜੇਕਰ ਸਾਡੀ 30 ਲੱਖ ਡੋਜ਼ ਉਹ ਮਿਲ ਜੇ ਤੇ ਪਲੱਸ ਸਾਨੂੰ ਜਿਹੜੀ ਸਰਪਲਸ ਜਿਹੜੀ ਕੰਟੀਨਿਊਸ ਚੱਲਦੀ ਹੈ ਇਹਦੀ ਮਾਤਰਾ ਵਧਾਈ ਜਾਵੇ ਤਾਂ ਅਸੀਂ ਦੋਨੇ ਜਿਹੜੇ ਜਿੰਨੇ ਕੈਟਾਗਰੀਆਂ ਹੈਗੀਆਂ ਨੇ ਸਾਰਿਆਂ ਨੂੰ ਕਵਰ ਕਰ ਸਕਦੇ। ਤੁਹਾਡਾ ਆਰਡਰ ਵੀ 15 ਤਰੀਕ ਤੋਂ ਪਹਿਲਾਂ ਆਉਂਦਾ ਲੱਗਦਾ ਨਹੀਂ ਹੈ ਜੀ? ਮੈਨੂੰ ਦੇਖੋ ਜੋ ਹਾਲਾਤ ਨੇ, ਜੋ ਕਹਿ ਰਹੇ ਨੇ ਸੀਰਮ ਵਾਲੇ ਇੰਸਟੀਚਿਊਟ ਵਾਲੇ ਉਹ ਇਹੀ ਕਹਿ ਰਹੇ ਨੇ। ਤਾਂ ਸਿਹਤ ਮੰਤਰੀ ਕਹਿ ਰਹੇ ਨੇ ਕਿ 30 ਲੱਖ ਡੋਜ਼ ਦਾ ਆਰਡਰ ਦਿੱਤਾ ਹੋਇਆ ਹੈ ਜਿਹੜਾ ਸੂਬਿਆਂ ਨੇ ਖੁਦ ਮੰਗਵਾਉਣਾ ਹੈ, ਪਰ ਜਿਹੜੀ ਸੈਂਟਰ ਦੇ ਰਿਹਾ ਉਹ ਸਿਰਫ 45 ਪਲੱਸ ਲਈ ਦੇ ਰਿਹਾ ਔਰ ਸੈਂਟਰ ਤੋਂ ਉਹ ਵਾਲੀ ਵੈਕਸੀਨ ਆਉਂਦੀ ਰਹੇਗੀ, ਪਰ ਇਹ ਸੂਬਿਆਂ ਨੂੰ ਆਪਣੇ ਪੱਧਰ ਤੇ ਇੰਤਜ਼ਾਮ ਜਿਹੜਾ ਹੈ ਇਸ ਦਾ ਕਰਨਾ ਹੋਏਗਾ। ਉਸ ਤੋਂ ਬਾਅਦ ਹੀ 18 ਪਲੱਸ ਵਾਲਿਆਂ ਨੂੰ ਲੱਗ ਪਾਏਗੀ। ਹਾਲਾਂਕਿ ਬਲਬੀਰ ਸਿੱਧੂ ਨੇ ਕਿਹਾ ਕਿ 15 ਮਈ ਦੀ ਉਹਨਾਂ ਨੇ ਤਰੀਕ ਦਿੱਤੀ ਹੈ ਪਰ 15 ਮਈ ਜ਼ਿਆਦਾ ਦੂਰ ਹੋ ਜਾਏਗਾ, ਇਸ ਕਰਕੇ ਸਰਕਾਰ ਦੀ ਕੋਸ਼ਿਸ਼ ਹੈ ਕਿ ਜਲਦੀ ਵੈਕਸੀਨ ਮੰਗਵਾ ਲਈ ਜਾਵੇ। ਪਰ ਫਿਲਹਾਲ ਇਹ ਨਹੀਂ ਲੱਗਦਾ ਕਿ 1 ਮਈ ਤੋਂ ਜਿਹੜਾ
ਲੋਕ ਇੰਤਜ਼ਾਰ ਕਰ ਰਹੇ ਸੀ, ਜਿਹੜੇ 18 ਪਲੱਸ ਵਾਲੇ ਸੀ, ਜਿਨ੍ਹਾਂ ਨੂੰ ਇਹ ਉਡੀਕ ਸੀ ਕਿ 1 ਮਈ ਤੋਂ ਉਹ ਹਸਪਤਾਲਾਂ 'ਚ ਫਟਾਫਟ ਜਾ ਕੇ ਵੈਕਸੀਨ ਲਗਵਾ ਲੈਣਗੇ, ਉਹ ਇੰਤਜ਼ਾਰ ਹਜੇ ਹੋਰ ਲੰਬਾ ਹੁੰਦਾ ਨਜ਼ਰ ਆ ਰਿਹਾ ਹੈ। ਔਰ ਸਿਰਫ ਗੱਲ ਪੰਜਾਬ ਦੀ ਨਹੀਂ ਹੈ, ਚੰਡੀਗੜ੍ਹ ਦੇ ਵਿੱਚ ਵੀ, ਹਰਿਆਣਾ ਦੇ ਵਿੱਚ ਵੀ, ਹਿਮਾਚਲ ਪ੍ਰਦੇਸ਼ ਦੇ ਵਿੱਚ ਵੀ, ਇਹ ਜਿਹੜੇ ਸੂਬੇ ਨੇ ਇਹਨਾਂ ਸਾਰੇ ਸੂਬਿਆਂ ਦੇ ਵਿੱਚ ਵੈਕਸੀਨ ਨਹੀਂ ਪਹੁੰਚੀ ਹੈ। ਔਰ ਇੱਕ ਚੀਜ਼ ਬੜੀ ਸਪਸ਼ਟ ਹੈ ਕਿ ਕੱਲ ਤੋਂ ਯਾਨੀ 1 ਤਰੀਕ ਤੋਂ ਜਿਹੜੀ ਵੈਕਸੀਨ 18 ਪਲੱਸ ਵਾਲਿਆਂ ਨੂੰ ਨਹੀਂ ਮਿਲ ਸਕੇਗੀ। ਸੋ ਸਾਡੇ ਵੱਖ-ਵੱਖ ਸਹਿਯੋਗੀ ਸਾਡੇ ਨਾਲ ਜੁੜ ਰਹੇ ਨੇ, ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ। ਸਾਡੇ ਨਾਲ ਰਾਜੀਵ ਸ਼ਰਮਾ ਅੰਮ੍ਰਿਤਸਰ ਤੋਂ ਸਾਡੇ ਸਹਿਯੋਗੀ ਜੁੜ ਰਹੇ ਨੇ, ਮਨੋਜ ਰਾਠੀ ਸਾਡੇ ਨਾਲ ਚੰਡੀਗੜ੍ਹ ਤੋਂ ਜੁੜੇ ਨੇ, ਰਣਬੀਰ ਸਿੰਘ ਸ਼ਿਮਲਾ ਤੋਂ ਜੁੜ ਰਹੇ ਨੇ, ਔਰ ਸਾਡੇ ਨਾਲ ਮਨੋਜ ਕੁਮਾਰ ਹਰਿਆਣਾ ਤੋਂ, ਪੰਚਕੂਲਾ ਤੋਂ ਸਾਡੇ ਨਾਲ ਜੁੜੇ ਨੇ। ਪਹਿਲਾਂ ਪੰਜਾਬ ਤੋਂ ਸ਼ੁਰੂਆਤ ਕਰਾਂਗੇ। ਰਾਜੀਵ, ਇਸ ਵੇਲੇ ਕਿਉਂਕਿ ਪੰਜਾਬ ਦੇ ਸਿਹਤ ਮੰਤਰੀ ਕਹਿ ਚੁੱਕੇ ਨੇ ਕਿ 15 ਮਈ ਤੱਕ ਇੰਤਜ਼ਾਰ ਕਰਨਾ ਹੋਏਗਾ, ਹਸਪਤਾਲਾਂ ਦੇ ਵਿੱਚ ਕੀ ਸਥਿਤੀ ਹੈ? ਔਰ ਜੇ ਇਸ ਚੀਜ਼ ਨੂੰ ਦੇਖੀਏ, ਕਿਉਂਕਿ ਪਿਛਲੇ ਦਿਨਾਂ 'ਚ ਅਵੇਅਰਨੈਸ ਬਹੁਤ ਹੋਈ ਹੈ ਔਰ ਲੋਕ ਇਸ ਵੇਲੇ ਬੜੇ ਕੀਨ ਨੇ ਵੈਕਸੀਨ ਲਗਵਾਉਣ ਦੇ ਲਈ। जी हाँ बिल्कुल विजय, सब तो पहला तो ਜਿਹੜਾ ਤੁਸੀਂ ਜ਼ਿਕਰ ਕੀਤਾ ਕਿ ਇਸ ਵੇਲੇ ਹਰ ਕੋਈ ਉਤਸੁਕਤ ਹੈ ਔਰ ਇੰਤਜ਼ਾਰ ਕਰ ਰਿਹਾ ਸੀ, ਕਿਉਂਕਿ ਨੌਜਵਾਨ ਜਿਹੜੇ ਨੇ ਜ਼ਿਆਦਾਤਰ ਭਾਵੇਂ ਉਹ ਸਰਕਾਰੀ ਜਾਂ ਫਿਰ ਜਿਹੜੇ ਨਿੱਜੀ ਅਦਾਰੇ ਨੇ ਉਹਨਾਂ ਦੇ ਵਿੱਚ ਕੰਮ ਕਰਨ ਵਾਲੇ ਨੌਜਵਾਨ ਹੋਣ ਜਾਂ ਕੰਮਾਂ ਕਾਰਾਂ ਤੇ ਭਾਵੇਂ ਉਹ ਦੁਕਾਨਦਾਰੀ ਦੇ ਨਾਲ ਸੰਬੰਧਿਤ ਜਿਹੜੇ ਲੋਕ ਨੇ, ਤਾਂ ਕਿਤੇ ਨਾ ਕਿਤੇ ਇੱਕ ਇੰਤਜ਼ਾਰ ਕੀਤਾ ਜਾ ਰਿਹਾ ਸੀ ਕਿ 1 ਮਈ ਤੋਂ ਹੁਣ ਉਹ ਸਾਰੇ ਜਿਹੜੇ ਨੌਜਵਾਨ ਨੇ ਜਾਂ ਫਿਰ ਅਸੀਂ ਕਹਿ ਸਕਦੇ ਹਾਂ ਕਿ ਜਿਹੜੇ 45 ਸਾਲ ਤੋਂ ਘੱਟ ਉਮਰ ਦੇ ਜਿਹੜੇ ਲੋਕ ਨੇ ਉਹ ਇੰਜੈਕਸ਼ਨ ਲਵਾ ਸਕਦੇ ਨੇ। ਤਾਂ ਅੱਜ ਜੇਕਰ ਸਿਹਤ ਵਿਭਾਗ ਦਾ ਅਸੀਂ ਜ਼ਿਕਰ ਕਰੀਏ, ਕਿਉਂਕਿ ਕਈ ਦਿਨਾਂ ਤੋਂ ਇਹ ਸਰਕਾਰ ਵੱਲੋਂ ਐਲਾਨ ਕੀਤਾ ਗਿਆ ਸੀ ਕਿ 1 ਮਈ ਨੂੰ ਸਾਰੇ ਜਿਹੜੇ ਲੋਕ ਨੇ ਉਹ ਆਪਣਾ ਜਿਹੜਾ ਟੀਕਾਕਰਨ ਕਰਵਾ ਸਕਦੇ ਨੇ, ਤਾਂ ਅੱਜ ਵੀ ਜਿਹੜਾ ਹੈਲਥ ਡਿਪਾਰਟਮੈਂਟ ਹੈ, ਖਾਸ ਤੌਰ ਤੇ ਜਿਹੜਾ ਸਿਵਲ ਸਰਜਨ ਆਫਿਸ ਹੈ, ਉਹਨਾਂ ਵੱਲੋਂ ਤਿਆਰੀ ਮੁਕੰਮਲ ਕਰ ਲਈ ਗਈ ਸੀ। ਪਰ ਕਿਤੇ ਨਾ ਕਿਤੇ ਇੱਕ ਚਿੰਤਾ ਜ਼ਰੂਰ ਸੀ ਕਿ ਜੇਕਰ ਕੱਲ 45 ਸਾਲ ਤੋਂ ਘੱਟ ਉਮਰ ਦੇ ਜਿਹੜੇ ਲੋਕ ਨੇ ਉਹ ਟੀਕਾਕਰਨ ਦੇ ਲਈ ਪਹੁੰਚਦੇ ਨੇ ਤਾਂ ਕਿਸ ਤਰੀਕੇ ਦੇ ਨਾਲ ਉਸ ਨੂੰ ਮੈਨੇਜ ਕੀਤਾ ਜਾਣਾ, ਕਿਉਂਕਿ ਅੰਮ੍ਰਿਤਸਰ ਦੇ ਵਿੱਚ ਕਰੀਬ ਐਵਰੇਜ, ਜੇਕਰ ਮੈਂ ਐਵਰੇਜ ਦਾ ਜ਼ਿਕਰ ਕਰਾਂ ਤਾਂ 9000 ਦੇ ਕਰੀਬ ਜਿਹੜੇ ਲੋਕ ਨੇ ਹਰ ਰੋਜ਼ ਜਿਹੜੀ ਵੈਕਸੀਨੇਸ਼ਨ ਹੈ ਉੱਦਾਂ ਦੀ ਕੀਤੀ ਜਾਂਦੀ, ਭਾਵੇਂ ਉਹ ਸਰਕਾਰੀ ਹਸਪੀਟਲ ਹੋਣ ਜਾਂ ਫਿਰ ਜਿਹੜੇ ਪ੍ਰਾਈਵੇਟ ਹਸਪੀਟਲ ਨੇ, ਕਿਉਂਕਿ ਆਨਲਾਈਨ ਜਿਹੜਾ ਪੂਰਾ ਡਾਟਾ ਸ਼ਾਮ ਨੂੰ ਹੈ ਉਹ ਸਾਂਝਾ ਕੀਤਾ ਜਾਂਦਾ। ਤਾਂ 9000 ਦੇ ਕਰੀਬ ਹੀ ਜਿਹੜੀ ਅਸੀਂ ਕਹਿ ਸਕਦੇ ਹਾਂ ਵੈਕਸੀਨੇਸ਼ਨ ਸਿਹਤ ਵਿਭਾਗ ਦੇ ਕੋਲ ਮੌਜੂਦ ਸੀ। ਦੂਸਰੇ ਪਾਸੇ ਜਿਹੜੀ ਆਨਲਾਈਨ ਰਜਿਸਟ੍ਰੇਸ਼ਨ ਹੈ ਉਹ ਵੀ ਸ਼ੁਰੂ ਹੋ ਚੁੱਕੀ ਹੈ। ਤਾਂ ਜਿਹੜੇ ਨੌਜਵਾਨ, ਖਾਸ ਤੌਰ ਤੇ ਤੁਸੀਂ ਜਿਸ ਤਰ੍ਹਾਂ ਜ਼ਿਕਰ ਕੀਤਾ ਸੀ ਕਿ ਨੌਜਵਾਨਾਂ ਦੇ ਵਿੱਚ ਇੱਕ ਅਸੀਂ ਕਹਿ ਸਕਦੇ ਹਾਂ ਕਿ ਹੁਣ ਇੱਕ ਉਤਸੁਕਤਾ ਹੈ ਕਿ ਉਹਨਾਂ ਨੂੰ ਵੈਕਸੀਨੇਸ਼ਨ ਲਵਾਉਣੀ ਚਾਹੀਦੀ, ਕਿਉਂਕਿ ਜਿਸ ਤਰੀਕੇ ਦੀਆਂ ਖਬਰਾਂ ਜਾਂ ਜਿਸ ਤਰੀਕੇ ਦੀਆਂ ਜਾਣਕਾਰੀਆਂ ਦੇਸ਼ ਭਰ ਤੋਂ ਸਾਹਮਣੇ ਆ ਰਹੀਆਂ ਨੇ, ਕਿਉਂਕਿ ਪਹਿਲਾਂ ਇਹ ਜ਼ਰੂਰ ਅਫਵਾਹਾਂ ਅਸੀਂ ਕਹਿ ਸਕਦੇ ਹਾਂ ਜਾਂ ਸੋਸ਼ਲ ਮੀਡੀਆ ਤੇ ਐਸਾ ਪ੍ਰਚਾਰ ਸੀ ਕਿ ਵੈਕਸੀਨੇਸ਼ਨ ਜਿਹੜੀ ਹੈ ਉਹ ਕਿਤੇ ਨਾ ਕਿਤੇ ਖਤਰੇ ਦਾ ਕਾਰਨ ਬਣ ਸਕਦੀ ਹੈ, ਉਸ ਦੇ ਨਾਲ ਕਿਸੇ ਬਿਮਾਰੀ ਦਾ ਜਿਹੜਾ ਸ਼ਿਕਾਰ ਹੋ ਸਕਦਾ ਕੋਈ ਜੇਕਰ ਟੀਕਾ ਲਵਾਉਂਦੇ। ਤਾਂ ਹੁਣ ਇੱਕ ਅਵੇਅਰਨੈਸ ਜਿਹੜੀ ਹੈ ਉਹ ਬਹੁਤ ਜ਼ਿਆਦਾ ਲੋਕਾਂ ਦੇ ਵਿੱਚ ਹੋਈ ਹੈ ਔਰ ਹਰ ਕੋਈ ਚਾਹੁੰਦਾ ਸੀ ਕਿ ਵੈਕਸੀਨੇਸ਼ਨ ਲਗਵਾਏ। ਪਰ ਹੁਣ ਸਪਸ਼ਟ ਤੌਰ ਤੇ ਮੁੱਖ ਮੰਤਰੀ ਵੱਲੋਂ ਇਹ ਗੱਲ ਕਹਿ ਦਿੱਤੀ ਗਈ ਕਿ ਕੱਲ ਜਿਹੜਾ ਸਾਡੇ ਕੋਲ ਸਟਾਕ ਹੈ ਉਹ ਨਾ ਹੋਣ ਕਰਕੇ ਕੱਲ ਅਸੀਂ ਵੈਕਸੀਨੇਸ਼ਨ ਜਿਹੜੀ ਹੈ 45 ਸਾਲ ਤੋਂ ਘੱਟ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਨਹੀਂ ਲਗਾ ਸਕਾਂਗੇ। ਤਾਂ ਕਿਤੇ ਨਾ ਕਿਤੇ ਅਸੀਂ ਕਹਿ ਸਕਦੇ ਕਿ ਉਹਨਾਂ ਲੋਕਾਂ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਕਿਉਂਕਿ ਇਹ ਕੁਝ ਜਾਣਕਾਰੀ ਜਿਹੜੀ ਮੁੱਖ ਮੰਤਰੀ ਵੱਲੋਂ ਕੁਝ ਦੇਰ ਪਹਿਲਾਂ ਸਾਂਝੀ ਕੀਤੀ ਗਈ ਹੈ। ਤਾਂ ਕੱਲ ਜਿਹੜੇ ਲੋਕ ਹਸਪਤਾਲਾਂ ਦੇ ਵਿੱਚ ਜਾਂ ਜਿੱਥੇ ਟੀਕਾਕਰਨ ਸੈਂਟਰ ਬਣਾਏ ਗਏ ਨੇ ਉੱਥੇ ਜਦੋਂ ਪਹੁੰਚਣਗੇ ਤਾਂ ਉਹ ਨਿਰਾਸ਼ ਹੋ ਕੇ ਵਾਪਸ ਉਹਨਾਂ ਨੂੰ ਪਰਤਣਾ ਪੈ ਸਕਦਾ। ਤੁਸੀਂ ਬਣੇ ਰਹੋ ਰਾਜੀਵ, ਤੁਸੀਂ ਬਣੇ ਰਹੋ, ਦੂਸਰੀਆਂ ਸਟੇਟਾਂ ਦਾ ਵੀ ਜਾਇਜ਼ਾ ਲੈਣੇ ਆ, ਥੋੜੇ ਹਾਲਾਤ ਸਮਝਦੇ ਆ, ਫਿਰ ਆਪਾਂ ਦੁਬਾਰਾ ਗੱਲ ਕਰਾਂਗੇ। ਤੁਸੀਂ ਬਣੇ ਰਹਿਣਾ ਸਾਡੇ ਨਾਲ। ਹਰਿਆਣਾ ਤੋਂ ਇੱਕ ਰਿਐਕਸ਼ਨ ਲੈ ਲੈਣੇ ਆ। ਮਨੋਜ, ਹਰਿਆਣਾ ਸਰਕਾਰ ਨੇ ਵੀ ਅੱਜ ਜਿਸ ਤਰੀਕੇ ਨਾਲ ਐਲਾਨ ਵੀ ਕਰਤਾ ਕਿ ਵੀਕਐਂਡ ਲਾਕਡਾਊਨ ਕੇਸ ਬਹੁਤ ਜ਼ਿਆਦਾ ਵੱਧ ਰਹੇ ਨੇ, ਹਰਿਆਣਾ ਸਰਕਾਰ ਨੇ ਕਿੰਨਾ ਆਰਡਰ ਕੀਤਾ ਔਰ ਕੀ ਹਰਿਆਣਾ ਸਰਕਾਰ ਦੇ ਕੋਲ ਕੋਈ ਸਪਸ਼ਟ ਇਸ ਦਾ ਜਵਾਬ ਆਇਆ ਕਿ कदों तक हरियाणा ਦੇ ਵਿੱਚ वैक्सीन मुहैया हो जाएगी 18 प्लस ਲਈ? देखिए विजयपाल, अगर हरियाणा की बात करें तो हरियाणा सरकार ने सभी जो 18 साल से ज़्यादा उम्र जिनकी है उनको मुफ्त में टीका लगाने का ऐलान कर दिया था और इसके लिए बाकायदा 50 लाख वैक्सीन का ऑर्डर दिया गया है, जिसमें 40 लाख कोविशील्ड और 10 लाख कोवैक्सीन मंगाई गई है। करीब 250 करोड़ रुपए का खर्च हरियाणा सरकार इन वैक्सीन पर कर रही है, लेकिन कल से वैक्सीन शुरू होगा या नहीं होगा इस पर अभी भी असमंजस में बना हुआ है, क्योंकि हमने कई वरिष्ठ अधिकारियों से बात की, आला अधिकारियों से बात की हेल्थ डिपार्टमेंट के, लेकिन किसी के पास ये जानकारी नहीं है कि कल वैक्सीनेशन शुरू हो पाएगा या नहीं। क्योंकि अभी तक जो हमारी जानकारी, जो हमारे सूत्र बता रहे हैं कि जो 50 लाख का ऑर्डर दिया था 18 से
प्लस जो उम्र वाले लोग हैं उनके लिए वो वैक्सीन अभी तक पहुंची नहीं है। तो बहुत कम संभावना इस बात की है कि 1 मई से उन सभी लोगों को वैक्सीन लग पाएगी जिनका रजिस्ट्रेशन 28 अप्रैल से शुरू हुआ था। हालांकि जो 45 साल से ज़्यादा उम्र के हैं या 60 साल से ज़्यादा उम्र के हैं उनका वैक्सीनेशन चल रहा है। उतनी मात्रा में जो वैक्सीन है हरियाणा के पास वो पर्याप्त है। मैं इस वक्त एक वैक्सीनेशन सेंटर के बाहर ही मौजूद हूँ। हालांकि इस वक्त वैक्सीनेशन नहीं की जा रही क्योंकि ये समय सिर्फ 4 बजे तक होता है, लेकिन यहीं पर अगर वैक्सीन होनी होती तो यहाँ पर तैयारियाँ हमें दिखाई देती, लेकिन यहाँ पर कुछ नज़र हमें आ नहीं रहा, ना कोई कर्मचारी है ना कोई ऐसी तैयारी दिखाई देती है। हालांकि स्वास्थ्य विभाग का ये कहना है कि जो 18 से ज़्यादा उम्र वाले लोग हैं उनके बारे में तो कंफर्मेशन नहीं है, लेकिन बाकी जो वैक्सीनेशन पहले से चल रहा था वह एज इट इज चलता रहेगा। जी ठीक है मनोज, बने रहे आप भी हमारे साथ। एक बार हिमाचल का भी रुख करते हैं। हिमाचल में क्या स्थिति है? रणबीर, आपके पास क्या जानकारी है अभी तक वैक्सीन को लेकर? क्योंकि पंजाब, हरियाणा, चंडीगढ़ ये सब तो एक तरीके से क्लियर कर चुके हैं कि अभी कल से यहां वैक्सीनेशन नहीं होगा। तो हिमाचल में क्या स्थिति है? और साथ के साथ ये भी समझना चाहेंगे कि अभी जो मौजूदा 45 प्लस के लिए लग रहा है, क्या उनके लिए सफिशिएंट स्टॉक है या उसमें भी स्टॉक में कमी देखी जा रही है? रणबीर जी हाँ, देखिए हिमाचल सरकार ने बिल्कुल साफ कर दिया है। आज एक प्रेस नोट भी स्वास्थ्य विभाग ने जारी किया है कि जो कल से जो वैक्सीनेशन अभियान शुरू होना था वो हिमाचल में शुरू नहीं होगा 18 साल से 40 साल के आयु वर्ग के लोगों के लिए। और साथ में बिल्कुल ये भी स्पष्ट किया गया है कि ऑर्डर 73 लाख डोज का ऑर्डर जो है राज्य सरकार ने दिया है। जो इंस्टीट्यूट है सीरम इंस्टीट्यूट ऑफ इंडिया उसे जो है ऑर्डर दिया गया है और ये कहा गया है कि जो वहां से सूचना प्राप्त हुई है 3 से 4 हफ्ते का समय जो है वहां से वैक्सीन आने में लगेगा। तो यहां पर क्लियर है कि ये अगले 1 महीने तक हिमाचल में जो है वो 18 साल से लेकर 44 साल के बीच के लोगों को वैक्सीन नहीं लगेगी। जो आंकड़ा है, जो अनुमान है, राज्य सरकार का अनुमान है कि हिमाचल में ये संख्या जो है करीब 31 लाख है। अभी इसको लेकर जो है पंजीकरण चल रहा है। जो कोविन पोर्टल है वहां पर पंजीकरण चल रहा है। इसके अलावा जो आरोग्य सेतु ऐप बताई गई है वहां पर भी पंजीकरण चल रहा है। तो कुल मिलाकर हिमाचल की स्थिति ये है, डिमांड बहुत ज्यादा है। आपने ये कहा कि क्या यहाँ पर वैक्सीन है या नहीं, मुख्यमंत्री ने ये कहा कि अब तक हिमाचल में 16.5 लाख से ज्यादा लोगों को वैक्सीन लगाई गई है, लेकिन जो डोज बची हुई, जो वैक्सीन बची हुई थी, पिछले कल तक का जो आंकड़ा था वो था 2,55,000। तो जाहिर सी बात है कमी इसमें होगी। और हिमाचल की अगर बात करें तो हर हफ्ते जो है 5 लाख वैक्सीन की जरूरत हिमाचल को है। और ये भी जानकारी दी गई है ये जो मुफ्त अभियान शुरू होना है टीकाकरण का 1 महीने तक तो ये चलेगा नहीं, लेकिन उसमें भी जो 73 लाख जो ऑर्डर दिया गया है डोज का वो भी एक साथ नहीं मिलेंगी। वो जो है फेज्ड मैनर में आएगी। एक जो खेप होगी वो 5 लाख की होगी। ऐसी जानकारी जो है राज्य सरकार ने दी है। तो कुल मिलाकर यहाँ पर स्थिति सरकार ने साफ कर दी है कि आपको अगले 1 महीने तक इंतजार करना होगा। रजिस्ट्रेशन जो है काफी संख्या में हो रही है। अभी पोर्टल पे रजिस्ट्रेशन हो रहा है तो कहां कितने लोगों ने पंजीकरण करवाया है ये डाटा देने की स्थिति में भी सरकार नहीं है। जी ठीक है रणबीर, बने रहे आप हमारे साथ। चंडीगढ़ का भी रुख कर लेने। मनोज राठी जुड़े हुए ने। मनोज, चंडीगढ़ तो भी ये खबर आ रही सी हुणे कि चंडीगढ़ दे विच भी अवेलेबल नहीं हो पाएगी कल तो वैक्सीन की डिटेल है इस बारे प्रशासन वालों की जानकारी दी गई है? मनोज देखो विजय, असी 16 हॉस्पिटल च खड़े हाँ तो लगातार साडे नाल डायरैक्टर हैल्थ जिहड़े है उन्हां नाल संपर्क है। सवेर दी मीटिंग का जिहड़ा दौर है वो लगातार चल रहा है। तो एक कोशिश सीगी कि कल तो जिहड़ी तैयारियां वो भी मुकम्मल कर दी गई सी जिहड़ा वैक्सीनेशन सेंटर बनाया गया। हालांकि जिद्दां तुसीं कहा कि अवेयरनेस जिहड़ी है वो यंगस्टर नौजवान जिहड़े ने उन्हां च काफ़ी है। इहदे नाल क्योंकि जिहड़ा ग्राफ है कोरोना का जिहड़ा ग्राफ है विजय वो भी लगातार बढ़ता जा रहा है। हालांकि साडा मकसद लोगों च पैनिक क्रिएट करना नहीं है, लोगों च लगातार अवेयर करना है कि इहदा जिहड़ा है इलाज हैगा, सारी चीज़ां जिहड़ियां पूरी है। लेकिन कल तो जिहड़ा वैक्सीन लगन का जिहड़ा काम है वैक्सीनेशन सेंटर च होना सीगा, तैयारियां उहदी पूरी मुकम्मल कर लीती गई है। लेकिन
ਜਿਹੜੀ ਸਾਡੀ ਡਾਇਰੈਕਟਰ ਹੈਲਥ ਨਾਲ ਗੱਲ ਹੋਈ ਹੈ ਉਹਨਾਂ ਦਾ ਕਹਿਣਾ ਹੈ ਕਿ ਹੁਣ ਕਿਉਂਕਿ ਵੈਕਸੀਨ ਜਿਹੜੀ ਹੈ ਸਟਾਕ 'ਚ ਨਹੀਂ ਹੈ, ਇਸ ਕਰਕੇ ਜਿਹੜੇ 18 ਪਲੱਸ ਨੇ ਉਹਨਾਂ ਨੂੰ ਥੋੜਾ ਜਿਹਾ ਇੰਤਜ਼ਾਰ ਜਿਹੜਾ ਹੈ ਉਹ ਕਰਨਾ ਪਏਗਾ, ਜਿਹਦੇ ਕਰਕੇ 20 ਮਈ ਤੱਕ ਜਿਹੜੇ ਸਟਾਕ ਹੈ ਉਹ ਆਉਣ ਦੀ ਉਮੀਦ ਜਿਹੜੀ ਹੈ ਉਹ ਦੱਸੀ ਜਾ ਰਹੀ ਹੈ। ਲੇਕਿਨ ਇਹਦੇ ਨਾਲ ਜਿਹੜੇ 45 ਪਲੱਸ ਨੇ, ਹੋਰ ਜਿਹੜੇ ਫਰੰਟਲਾਈਨ ਵਰਕਰਸ ਨੇ, ਹੋਰ ਜਿਹੜੇ ਵਾਰੀਅਰਸ ਨੇ, ਉਹਨਾਂ ਨੂੰ ਐਜ਼ ਇਟ ਇਜ਼ ਜਿਹੜੀ ਚੱਲ ਰਹੀ ਹੈ ਡੇਲੀ ਦੀ 56 ਸੈਂਟਰ ਜਿਹੜੇ ਆ ਚੰਡੀਗੜ੍ਹ ਵਿੱਚ ਬਣਾਏ ਗਏ ਨੇ। ਨਾਲ ਦੇ ਨਾਲ ਜਿਹੜੀ ਮੋਬਾਈਲਸ ਵੈਨ ਨੇ ਵਿਜੇ, ਉਹ ਵੀ ਸਾਰੀ ਕੰਮ ਕਰ ਰਹੀ ਹੈ ਅਲੱਗ-ਅਲੱਗ ਥਾਂ ਤੇ ਜਾ ਕੇ ਉਹਨੇ ਵੈਕਸੀਨੇਸ਼ਨ ਦਾ ਜਿਹੜਾ ਕੰਮ ਹੈ, ਜਿਹੜੀ ਅਵੇਅਰਨੈਸ, ਕਿਉਂਕਿ ਵਿਜੇ ਇਸ ਟਾਈਮ ਜੇ ਆਪਾਂ ਗੱਲ ਕਰੀਏ ਕਰੋਨਾ ਦਾ ਜਿਹੜਾ ਗ੍ਰਾਫ ਵਧਿਆ ਹੈ ਉਹਦੇ ਕਰਕੇ ਹੋਰ ਲੋਕਾਂ 'ਚ ਵੀ ਕਾਫੀ ਐਕਸਾਈਟਮੈਂਟ ਜਿਹੜੀ ਹੈ ਉਹ ਵੇਖਣ ਨੂੰ ਮਿਲ ਰਹੀ ਹੈ। ਹੁਣ ਸਾਰੇ ਜਿਹੜੇ ਲੋਕ ਨੇ ਉਹ ਵੈਕਸੀਨੇਸ਼ਨ ਜਿਹੜੀ ਹੈ ਉਹ ਕਰਾਉਂਦੇ ਨਜ਼ਰ ਆ ਰਹੇ ਨੇ। ਦੂਜੀ ਗੱਲ ਜੇ ਆਪਾਂ ਗੱਲ ਕਰੀਏ ਜਿਹੜੇ ਯੰਗਸਟਰਸ ਨੇ, ਜਿਹੜੇ ਨੌਜਵਾਨ ਨੇ, ਕਿਉਂਕਿ 28 ਅਪ੍ਰੈਲ ਤੋਂ ਲੈ ਕੇ ਜਿਹੜੀ ਆਨਲਾਈਨ ਰਜਿਸਟ੍ਰੇਸ਼ਨ ਹੋਈ ਸੀ ਤੇ ਹੁਣ ਤੱਕ ਕਾਫੀ ਜੇ ਆਪਾਂ ਗੱਲ ਕਰਦੇ ਕਾਫੀ ਲੱਖਾਂ ਦੀ ਸੰਖਿਆ 'ਚ ਜਿਹੜੇ ਨੌਜਵਾਨ ਨੇ, ਜਿਹੜੇ ਯੰਗਸਟਰ ਨੇ, ਉਹਨਾਂ ਵੱਲੋਂ ਆਨਲਾਈਨ ਜਿਹੜੀ ਰਜਿਸਟ੍ਰੇਸ਼ਨ ਉਹ ਕਰਾ ਚੁੱਕੇ ਨੇ। ਲੇਕਿਨ ਹਾਲਾਂਕਿ ਹੁਣ ਥੋੜਾ ਇੰਤਜ਼ਾਰ ਜਿਹੜਾ ਹੈ ਉਹ ਜ਼ਰੂਰ ਕਰਨਾ ਪਏਗਾ, ਕਿਉਂਕਿ ਪਹਿਲੀ ਤਾਰੀਖ ਤੱਕ ਤੋਂ ਜਿਹੜਾ ਇੰਤਜ਼ਾਰ ਜਿਹੜੇ ਕਰ ਰਹੇ ਸੀਗੇ ਪੂਰੀ ਟੇੜੀ ਮੀਟਿੰਗ ਹੈ ਉਹ, ਲੇਕਿਨ ਹੁਣ ਸਭ ਤੋਂ ਵੱਡੀ ਗੱਲ ਹੈ ਕਿ ਹੁਣ ਸਟਾਕ ਨਾ ਹੋਣ ਕਾਰਨ ਕਿ ਕਿਉਂਕਿ 4-5 ਦਿਨ ਪਹਿਲਾਂ ਹੀ ਚੰਡੀਗੜ੍ਹ ਨੂੰ 1,30,000 ਜਿਹੜੀ ਡੋਜ਼ ਹੈ ਉਹ ਮਿਲੀ ਸੀ, ਲੇਕਿਨ ਉਸ ਤੋਂ ਬਾਅਦ ਹੁਣ ਕਿਤੇ ਨਾ ਕਿਤੇ ਥੋੜਾ ਜਿਹਾ ਜਿਹੜਾ ਇੰਤਜ਼ਾਰ ਹੈ ਉਹ ਜ਼ਰੂਰ ਕਰਨਾ ਪਏਗਾ ਜੀ ਵਿਜੇ, ਕਰਨਾ ਪੈ ਰਿਹਾ। ਠੀਕ ਹੈ ਮਨੋਜ ਜੁੜੇ ਹੋਏ ਨੇ ਹਰਿਆਣਾ ਤੋਂ। ਮਨੋਜ, ਇੱਕ ਸਵਾਲ ਜ਼ਰੂਰ ਹੈ, ਇਹ ਸਮਝਿਆ ਜਾਵੇ ਕਿ ਜਿਵੇਂ ਹੁਣ ਇਹ ਕਿਹਾ ਹੈ ਕਿ ਸਟੇਟਾਂ ਆਪਣੇ ਲੈਵਲ ਤੇ ਇਸ ਨੂੰ ਅਰੇਂਜ ਕਰਨ, ਜੇ ਸਟੇਟਾਂ ਨੇ ਆਪਣੇ ਲੈਵਲ ਤੇ ਆਰਡਰ ਦਿੱਤੇ ਨੇ ਤਾਂ ਇਹ ਵੀ ਫਿਰ ਸਟੇਟਾਂ ਤੇ ਹੀ ਹੋਏਗਾ ਕਿ ਉਹਨਾਂ ਨੇ ਇਹ ਵੈਕਸੀਨ ਲੋਕਾਂ ਨੂੰ ਫ੍ਰੀ ਦੇਣੀ है या फिर उसका चार्ज करना है? जी बिल्कुल, देखिए ये राज्य सरकारों पर निर्भर था कि हर सरकार को फैसला लेना था कि वो वैक्सीन मुफ्त में लगाएंगे या उसके लिए कोई चार्ज करेंगे। और हरियाणा सरकार ने और बाकी राज्यों के भी तमाम सरकारों ने इसको मुफ्त में लगाने का ऐलान किया। लेकिन मसला यहाँ पर मुफ्त में या पैसा लेकर वैक्सीन देने का नहीं है, क्योंकि अगर ये दौर ऐसा है, अब अवेयरनेस इतनी ज़्यादा हो गई है, वैक्सीन के अवेलेबिलिटी की समझ चुके हैं, अवेलेबिलिटी की बात है। अगर कोई पैसा देके भी अगर वैक्सीन लगाए तो शायद मुझे नहीं लगता कि कोई इससे गुरेज करेगा, पैसा देके भी लगवाएंगे। लेकिन स्थिति ये है कि वैक्सीन है ही नहीं। प्रोडक्शन जो है, सीरम इंस्टीट्यूट की बात कर लें या भारत बायोटेक की बात कर लें, उनके पास इतना उत्पादन की क्षमता नहीं है कि वो हर राज्य की मांग पूरी कर सकें। 50 लाख हरियाणा ने मंगा ली, 75 लाख हिमाचल प्रदेश ने मंगा ली, लेकिन इसमें केंद्र को भी देनी है, कुछ प्राइवेट हॉस्पिटल भी खरीदेंगे। तो ये बहुत बड़ी दिक्कत है राज्य सरकारों के लिए कि वो मुफ्त में लगा तो रही है, लेकिन कब तक आएंगी वो वैक्सीन, कैसे वो लग पाएंगी। हालांकि हरियाणा सरकार की अगर हम बात कर लें तो इनकी क्षमता रोजाना 1 लाख टीके लगाने की है, और ज़रूरत पड़ी तो इसको बढ़ाकर 2 लाख 2.5 लाख प्रतिदिन टीके भी हरियाणा सरकार लगा सकती है। उसके पास स्वास्थ्य विभाग के पास इतने संसाधन हैं। लेकिन समस्या ये है कि टीका जब आएगा तभी लगेगा, तो कितने चाहे पंजीकरण कर लें चाहे मुफ्त दे दें, बात तब बनेगी जब वैक्सीन हरियाणा को मिलेगी, हरियाणा में पहुंचेगी। जी ठीक, चलो ठीक है, बहुत बहुत धन्यवाद। साढ़े सारे सहयोगी जुड़े, राजीव शर्मा अमृतसर तो, रणबीर सिंह शिमला तो, मनोज कुमार हरियाणा तो और चंडीगढ़ तो मनोज राठी। बहुत बहुत धन्यवाद सारे सहयोगियों का ये जानकारी देने लई। एक चीज़ बड़ी स्पष्ट है कि पंजाब होवे, हरियाणा होवे, हिमाचल होवे या चंडीगढ़ होवे, 15 मई तो पहला किते भी वैक्सीन मुहैया होने की कोई उम्मीद नहीं है। पंजाब 15 मई कह रहा है, हरियाणा जड़ा हिमाचल है उसने 1 महीना कह दिता है, चंडीगढ़ 20 मई कह रहा है, हरियाणा ने हाले तक कोई स्पष्ट डेट नहीं दी। पर सब वालों ऑर्डर किए गए ने, जो वैक्सीन पहुंचेगी फिर ही 18 प्लस नूं ਜਿਹੜੇ 18 ਸਾਲ ਤੋਂ ਵੱਧ ਉਮਰ ਵਾਲੇ ਨੇ ਉਹਨਾਂ ਨੂੰ ਲੱਗਣੀ ਸ਼ੁਰੂ ਹੋਏਗੀ। ਪਰ ਫਿਲਹਾਲ ਜਿਹੜੇ 45 ਸਾਲ ਤੋਂ ਉੱਤੇ ਵਾਲਿਆਂ ਨੂੰ ਵੈਕਸੀਨ ਲੱਗ ਰਹੀ ਹੈ ਉਹ ਕੇਂਦਰ ਸਰਕਾਰ ਦਿੰਦੀ ਰਹੇਗੀ ਰਾਜਾਂ ਨੂੰ, ਔਰ ਉਸੇ ਤਰੀਕੇ ਨਾਲ ਉਹਨਾਂ ਤੱਕ ਇਹ ਵੈਕਸੀਨ ਪਹੁੰਚਦੀ ਰਹੇਗੀ। ਪਰ ਬਾਕੀਆਂ ਨੂੰ ਹਲੇ ਇੰਤਜ਼ਾਰ ਕਰਨਾ ਪਏਗਾ। ਇੱਕ ਛੋਟਾ ਜਿਹਾ ਕਮਰਸ਼ੀਅਲ ਬ੍ਰੇਕ।